ਵਲਨਾ ਹੋ ਨਿਮਤ ਮਿੰਨਾ, ਫਿਰ ਅਸੀਂ ਇਹਦੀ ਉਸ ਬਿਮਾਰੀ ਨੂੰ ਬਦਲ ਕੇ, ਦੁੱਖ ਨੂੰ ਬਦਲ ਕੇ ਜਦੋਂ ਆਪਣੀ ਤਰਫੋਂ ਇਹਨੂੰ ਰਹਿਮਤ ਦੇ ਦਿੰਦੇ ਹਾਂ, ਇਹਦੇ ਵਾਸਤੇ ਖੁਸ਼ਹਾਲੀ ਕਰ ਦਿੰਦੇ ਹਾਂ। ਕਾਲ ਇਨਮਾ ਊਤੀਤੁਹੁ ਅਲਾ ਇਲਮ, ਤੇ ਫਿਰ ਲੱਗਦਾ ਆਪਣੀ ਜਿਹੜਾ ਹੈ ਵਡਿਆਈ ਬਖਾਰਨ, ਆਂਦਾ ਇਹ ਤੇ ਮੈਨੂੰ ਆਪਣੇ ਹੁਨਰ ਦੀ ਵਜ੍ਹਾ ਤੋਂ ਮਿਲਿਆ, ਮੇਰੀ ਸੋਚ ਦੀ ਵਜ੍ਹਾ ਤੋਂ ਮਿਲਿਆ, ਤੇ ਮੈਂ ਮਨਸੂਬਾ ਕੀਤਾ ਸੀ ਉਹਦੀ ਵਜ੍ਹਾ ਤੋਂ ਮਿਲਿਆ। ਉਸ ਵੇਲੇ ਭੁੱਲ ਜਾਂਦਾ ਹੈ ਕਿ ਅੱਲਾ ਹੀ ਹੈ ਜਿਹਨੇ ਤਕਲੀਫ ਦੂਰ ਕਰਕੇ ਇਹਦੀ ਜ਼ਿੰਦਗੀ ਬਦਲੀ ਹੈ, ਔਰ ਉਹੀ ਸੀ ਜਿਹੜਾ ਤਕਲੀਫਾਂ ਦੂਰ ਕਰਨ ਵਾਲਾ ਔਰ ਨਿਮਤਾਂ ਦੇਣ ਵਾਲਾ ਹੈ। ਉਸ ਵੇਲੇ ਇਹਨੂੰ ਆਪਣੀ ਚਤਰਾਈ ਯਾਦ ਆ ਜਾਂਦੀ ਹੈ। ਬਲ ਹੈ ਫਿਤਨਤੁਨ, ਇਹਨੂੰ ਜਾਣ ਲੈਣਾ ਚਾਹੀਦਾ ਹੈ ਜੋ ਕੁਛ ਵੀ ਦਿੱਤਾ ਜਾ ਰਿਹਾ ਤੇ ਅਜ਼ਮਾਇਸ਼ ਦਾ ਸਾਮਾਨ ਹੈ। ਇਹ ਨਾ ਹੀ ਅੱਲਾ ਦੀ ਨਾਰਾਜ਼ਗੀ ਹੈ تو ਨਾ ਹੀ ਅੱਲਾਹ ਤਾਲਾ ਦੀ ਰਜ਼ਾ ਹੈ। ਇਹ ਜੋ ਕੁਛ ਵੀ ਤੈਨੂੰ ਦਿੱਤਾ ਜਾ ਰਿਹਾ ਇਹ ਇਬਤਲਾ ਦਾ ਸਾਮਾਨ ਹੈ। ਵਲਾਕਿਨ ਅਕਸਰਹੁਮ ਲਾ ਯਅਲਮੂਨ, ਲੇਕਿਨ ਇਹਨਾਂ ਦੀ ਅਕਸਰੀਅਤ ਇਹਨੂੰ ਸਮਝ ਨਹੀਂ ਪਾਉਂਦੀ। ਇਹ ਹੈ ਇਨਸਾਨ ਜਿਹੜਾ ਇੱਥੇ ਸਮਝ ਲੈਂਦਾ ਕਿ ਸ਼ਾਇਦ ਮੇਰੀ ਹੀ ਮਿਹਨਤ ਦਾ ਸਿਲਸਿਲਾ ਮਿਲ ਰਿਹਾ ਔਰ ਮੈਨੂੰ ਜਿਹੜਾ ਨਹੀਂ ਮਿਲ ਰਿਹਾ ਤੇ ਇਹਦੇ ਤੇ ਸ਼ਾਇਦ ਅੱਲਾ ਨਾਰਾਜ਼ ਹੈ। ਐਸਾ ਨਹੀਂ ਹੈ। ਅੱਲਾਹ ਤਾਲਾ ਇੱਥੇ ਇਬਤਲਾ ਵਿੱਚ ਵੀ ਇਨਸਾਨ ਨੂੰ ਪਾਉਂਦਾ ਹੈ ਤੇ ਉਹਦੀ ਅਜ਼ਮਾਇਸ਼ ਦੇ ਵਾਸਤੇ, ਔਰ ਜੋ ਕੁਛ ਇੱਥੇ ਦਿੱਤਾ ਹੋਇਆ ਇਹ ਵੀ ਅਜ਼ਮਾਇਸ਼ ਦਾ ਸਾਮਾਨ ਹੈ। ਔਰ ਅਜ਼ਮਾਇਸ਼ ਅੱਲਾਹ ਤਾਲਾ ਉਸੇ ਹੀ ਤਰ੍ਹਾਂ ਕਰਦਾ ਹੈ ਜਿਵੇਂ ਉਹਨੂੰ ਪਤਾ ਹੈ ਕਿ ਮੈਂ ਬੰਦੇ ਨੂੰ ਕੀ ਦਿੱਤਾ ਹੈ, ਤੈਨੂੰ ਦੇ ਕੇ ਅਜ਼ਮਾਣਾ ਹੈ, ਉਹਨੂੰ ਦੇ ਕੇ ਅਜ਼ਮਾਉਂਦਾ ਹੈ, ਔਰ ਜਿਹਨੂੰ ਨਹੀਂ ਦੇ ਕੇ ਅਜ਼ਮਾਣਾ ਉਹਨੂੰ ਨਾ ਦੇ ਕੇ ਅਜ਼ਮਾਉਂਦਾ ਹੈ, ਕਿਉਂਕਿ ਸਾਰਾ ਅਜ਼ਮਾਇਸ਼ ਦਾ ਸਮਾਨ ਹੈ। ਲੇਕਿਨ ਲੋਕ ਇਸ ਹਕੀਕਤ ਨੂੰ ਸਮਝਦੇ ਨਹੀਂ, ਜਿਹਦੀ ਵਜ੍ਹਾ ਤੋਂ ਲੋਕ ਅੱਲਾਹ ਕੋਲੋਂ ਦੂਰ ਹੋ ਜਾਂਦੇ ਨੇ। ਜਦੋਂ ਮਾਲ ਮਿਲਦਾ ਹੈ ਤਾਂ ਉਹਦੇ 'ਚ ਮਗਨ ਹੋ ਕੇ ਅੱਲਾਹ ਤਾਲਾ ਤੇ ਉਹਦੇ ਕੋਲੋਂ ਗਫਲਤ ਹੋ ਜਾਂਦੀ ਹੈ, ਔਰ ਜਦੋਂ ਨਹੀਂ ਦਿੰਦਾ ਤਾਂ ਉਹ ਤੋਂ ਨਾਰਾਜ਼ ਹੋ ਕੇ ਜਿਹੜਾ ਹੈ ਉਹਦੀ ਬੰਦਗੀ ਤੋਂ ਪਿੱਛੇ ਹਟ ਜਾਂਦੇ, ਉਹਦੀ ਫਰਮਾ ਬਰਦਾਰੀ ਨਹੀਂ ਕਰਦੇ ਕਿ ਸਾਨੂੰ ਕੀ ਦਿੱਤਾ ਹੋਇਆ। ਹਾਲਾਂਕਿ ਸੋਚਣਾ ਚਾਹੀਦਾ ਇਸ ਦੁਨੀਆ ਦਾ ਜਿਹੜਾ ਸਾਮਾਨ ਹੈ ਤੇ ਸਿਰਫ ਅਜ਼ਮਾਇਸ਼ ਦਾ ਸਾਮਾਨ ਹੈ। ਵਲਾਕਿਨ ਅਕਸਰਹੁਮ ਲਾ ਯਅਲਮੂਨ, ਲੇਕਿਨ ਇਹਨਾਂ ਦੀ ਅਕਸਰੀਅਤ ਇਹਨੂੰ ਸਮਝਦੀ ਨਹੀਂ। ਕਦ ਕਾਲਹ ਅੱਲਜ਼ੀਨ ਮਿਨ ਕਬਲਿਹਿਮ, ਇਸੇ ਤਰ੍ਹਾਂ ਕਿਹਾ ਉਹਨਾਂ ਲੋਕਾਂ ਨੇ ਵੀ ਜਿਹੜੇ ਇਹਨਾਂ ਤੋਂ ਪਹਿਲਾਂ ਸਨ। ਫਮਾ ਅਗਨਾ ਅਨਹੁਮ ਮਾ ਕਾਨੂ ਯਕਸਬੂਨ, ਤੇ ਉਹਨਾਂ ਦੇ ਕੋਈ ਕੰਮ ਨਾ ਆਇਆ ਜਿਹੜਾ ਉਹਨਾਂ ਜਮ੍ਹਾਂ ਕੀਤਾ ਸੀ। ਇਹੀ ਚੀਜ਼ ਸੀ ਜਿਹੜੀ ਅਸੀਂ ਪੜ੍ਹ ਆਏ ਹਾਂ ਕਿ ਕਾਰੂਨ ਨੂੰ ਅੱਲਾਹ ਤਾਲਾ ਨੇ ਇੰਨੀ ਦੌਲਤ ਦਿੱਤੀ ਸੀ ਤੇ ਉਹਨੇ ਵੀ ਇਹੀ ਦੱਸਿਆ, ਇਹੀ ਕਿਹਾ ਸੀ ਮੈਂ ਕੋਈ ਅੱਲਾਹ ਦੀ ਅਤਾ ਨਹੀਂ, ਇਹ ਤੇ ਮੇਰਾ ਹੁਨਰ ਹੈ ਔਰ ਮੇਰੇ ਮਨਸੂਬੇ ਹੈ ਜਿਨ੍ਹਾਂ 'ਚੋਂ ਮੈਂ ਸਾਰਾ ਇਕੱਠਾ ਕੀਤਾ ਸੀ। ਔਰ ਫਿਰ ਉਹ ਇੰਨੀ ਮਾਲੋ ਦੌਲਤ ਇਕੱਠੀ ਕੀਤੀ ਉਹਦੇ ਕੰਮ ਨਹੀਂ ਆਈ। ਅੱਲਾਹ ਤਾਲਾ ਦਾ ਅਜ਼ਾਬ ਆਇਆ ਤਾਂ ਸਣੇ ਦੌਲਤ ਦੇ ਜ਼ਮੀਨ ਵਿੱਚ ਧਸਾ ਦਿੱਤਾ ਗਿਆ। ਇਹ ਹੈ ਜਿਹੜਾ ਉਹਨੂੰ ਬਚਾ ਨਹੀਂ ਸਕਦੀ ਇਹ ਦੌਲਤ, ਇਹ ਕਿਸੇ ਨੂੰ ਵੀ ਨਹੀਂ ਬਚਾਉਂਦੀ, ਕਿਸੇ ਦੇ ਕੰਮ ਨਹੀਂ ਆਉਂਦੀ। ਅੱਲਾਹ ਤਾਲਾ ਜਦੋਂ ਫੜਨ ਤੇ ਆ ਜਾਂਦਾ ਤੇ ਸਾਰੇ ਅਸਬਾਬ ਧਰੇ ਦੇ ਧਰੇ ਰਹਿ ਜਾਂਦੇ ਨੇ, ਇਹਨਾਂ 'ਚੋਂ ਕੋਈ ਵੀ ਕੰਮ ਨਹੀਂ ਆਉਂਦਾ ਜਿਨ੍ਹਾਂ ਤੇ ਬੜਾ ਮਾਣ ਕਰ ਰਿਹਾ ਹੁੰਦਾ ਇਨਸਾਨ। तो फरमाया फमा अगना अनहुम, वो कोई भी इन्हां दे कम ना आया मा कानू यकसबून, जिन्हों कमा के बड़ा समझते सन कि साडी जिहड़ी इहदे नाल हैसियत बनी हुई है तो साडे कम आने वाला है। फासाबहुम सय्यात मा कसबू, उन्होंने पहुँच के रही बुराई उहदी जिहड़ा उन्हां कमाया, जो उन्हां कमाया सी उहदा अंजाम उन्होंने वेखना पिया। वल्लज़ीना ज़लमू मिन हाउलाए, ते जिहड़े इन्हां चों ज़ालिम ने, ਇਹ ਕੁਰੈਸ਼ਾਂ ਨੇ ਮੱਕਾ ਚੋਂ ਤੇ ਜਿਨ੍ਹਾਂ ਦੀ ਤਰਫ ਅਸੀਂ ਰਸੂਲ ਨੂੰ ਭੇਜਿਆ, ਜਿਹੜਾ ਇਹਨਾਂ ਚੋਂ ਜ਼ੁਲਮ ਕਰਨ ਵਾਲੇ ਨੇ, ਸਯੁਸੀਬੁਹੁਮ ਸਯ्यातु मा कसबू, ਇਹਨਾਂ ਨੂੰ ਵੀ ਮਿਲ ਜਾਏਗਾ ਇਹਨਾਂ ਦੇ ਕੀਤੇ ਹੋਏ ਦਾ ਬਦਲਾ, ਇਹਨਾਂ ਦੀਆਂ ਬੁਰਾਈਆਂ ਦਾ ਇਹਨਾਂ ਨੂੰ ਵੀ ਸਿਲਾ ਮਿਲ ਕੇ ਰਹੇਗਾ। ਵਮਾ ਹੁਮ ਬਿਮੁਜਜ਼ੀਨ, ਔਰ ਇਹ ਕਦੀ ਵੀ ਅੱਲਾਹ ਤਾਲਾ ਨੂੰ ਆਜਜ਼ ਨਹੀਂ ਕਰ ਸਕਣਗੇ। ਇਹ ਨਹੀਂ ਕਿ ਅੱਲਾਹ ਤਾਲਾ ਦੇ ਸਾਹਮਣੇ ਨਾ ਪੇਸ਼ ਨਹੀਂ ਹੋਣਾ ਜਾਂ ਇਹਨਾਂ ਤੇ ਮੌਤ ਨਹੀਂ ਆਣੀ, ਇਹਨਾਂ ਤੇ ਵੀ ਮੌਤ ਆਣੀ ਹੈ और इन्होंने भी अल्लाह के सामने पेश होना है। एक को अल्लाह को आजज़ नहीं कर सकणगे, कोई इन्होंने फड़ ना सके, इन्होंने भी पेश होना तो इन्होंने भी सारिया इन्हों दी करतूतों का बदला मिल के रहेगा जो ये कर रहे हैं। जिस तरह साढ़े रसूल नूं सता रहे हैं, जिस तरह उन्होंने अगे रुकावटां पैदा कर रहे हैं, जिस तरह अल्लाह ताला की हदायत के अगे जिहड़ा है ये बंद बने हुए हैं तो रुकावट बने हुए हैं, इन्हां सारिया चीज़ों नूं इन्हां दे सामने जिहड़ा उस दिन रख दिता जाएगा कि करते रहे सो, और इन्हां सारियां दी सज़ा पा के रहणगे। अवलम यालमू अन्नल्लाह यबसुतु रिज़्क़ लिमन यशाअ व यक़दिर, क्या भुल गए ने, इन्होंने पता नहीं कि अल्लाह ही है जिहदे लई चाहता है रिज़्क़ फैला देंदा है, लिमन यशाअ जिहदे लई चाहता है, व यक़दिर और जिन्हों चाहता है उन्होंने तंगी देंदा है, उन्होंने जिहड़ा नाप तोल के देंदा है। इन्ना फ़ी ज़ालिका लआयातिन लिक़ौमिन युमिनून, इसके अंदर है निशानियाँ उस कौम वास्ते जिहड़ी ईमान लियाना चाहे और जिहड़ी अल्लाह नूं मनना चाहे। तो असल ते मामला ये है, अल्लाह ताला जिहड़ा है उसने इस दुनिया दे विच हर इंसान नूं वो सलाहियतां दित्तियां ने जिहदे नाल उहनूं अजमाना है, तो उहदे ही मुताबिक इत्थे वसाइल भी दिंदा है। इस करके इत्थे दे सारे वसाइल इंसान दी अपनी मेहनत ते नहीं या उहदी भाई दौड़ ते नहीं, अल्लाह दा फजल है तो अल्लाह दी अता है, जिन्हों कुरान मजीद कहंदा है कि देखो किस तरह असां बाज़ नूं बाज़ ते फजीलत दित्ती हुई है,
کس طرح اساں جڑا ہے اس رزق نو جڑا ہے کئیاں دے واسطے فراوانی کیتی ہوئی ہے اور کئیاں نو اسی ناپ تول کے دینے ہیں، کیوں؟ یہ سارا ابتلا دا سامان ہے، سارا آزمائش دا سامان ہے، اس کر کے انسان نو بھولنا نہیں چاہیے۔ یہ اللہ دی عطا ہے اور اللہ تعالیٰ جنوں چاہتا ہے دے کے ازماندا ہے تے جنوں چاہتا ہے نہ دے کے ازماندا ہے۔ یہ اندر نشانیاں ہیں اس ہر لوکاں واسطے جڑے ایمان لیانا چاہن۔ قل یا عبادی الذین اسرفوا علی انفسہم لا تقنطوا من رحمت اللہ، فرما دیو اے میرے وہ بندے ہو جنہاں کولوں زیادتیاں ہو گئیاں اپنے آپ تے، لا تقنطوا من رحمت اللہ، تے اللہ دی رحمت تو کدی بھی نا امید نہ ہوو۔ ان اللہ یغفر الذنوب جميعا، بے شک اللہ تعالیٰ سارے گناہ بخشن والا ہے۔ انہ هو الغفور الرحیم، بے شک وہ تے ہے ہی بخشن والا تے رحم کرن والا۔ یہ ہے جڑا اللہ تعالیٰ دی طرفوں بڑی بڑی بشارت ہے کہ کسی انسان کولوں اس سے جہالت دے وچ لا علمی دے وچ بڑے تو بڑا گناہ بھی ہویا ہوئے تو انہوں ڈرنا نہیں چاہیے کہ ہن تے اللہ مینوں نہیں بخشے گا۔ نہیں، اللہ تعالیٰ ہر گناہ دا بخشن والا ہے۔ انسان نو چاہیے کہ اپنی موت تو پہلا جڑا ہے اللہ کولوں بخشش لے لے، کیونکہ اللہ تے بخشن والا تے رحم کرن والا ہے۔ یہ ہے سب تو بڑی بشارت جڑی اللہ تعالیٰ دی طرفوں ہے۔ اللہ تعالیٰ چاہتا ہے کہ جو بھی کسی کولوں غلطی ہو جائے تو گناہ ہو جائے تو فوری طور تے اللہ طرف رجوع کرے، اللہ دی طرف آئے اور اس کو بخشش لوے، کیونکہ اللہ تعالیٰ سارے گناہ بخشن والا وہ تو چاہتا ہی ہے کہ میرے بندے میرے کولوں بخشش لیں اور میری رحمت دے مستحق بن جان۔ یہ انسان ہے جڑا خام خواہی اللہ تعالیٰ تو دور ہو جاتا ہے اور گناہ کر کے سمجھدا ہے کہ شاید ہن میری بخشش نہیں ہونی۔ نہیں، اللہ دا در ہر ویلے کھلا ہے۔ اس زندگی دے اندر موت تو آن تو پہلا انسان اللہ کولوں معافی لے لے تے اللہ معاف کرن والا۔ ہاں، اخلاص نال انسان نو اللہ دی طرف رجوع کرنا چاہیے۔ جڑا گناہ کیتا ہے وہ تے انہوں پشمانی ہوے اور گاں دے واسطے وہ وعدہ کرے کہ میں جڑا ہے نہیں کراں گا اور خود بالفعل باز آ جائے تے اللہ تعالیٰ سارے گناہاں نو معاف کر دیندا۔ ہاں، جڑے حقوق العباد ہوندے نے انہاں دے وچ معافی جڑی ہے وہ چونکہ انہیں بندے دا گناہ کیتا ہے، بندے تے ظلم کیتا ہے تے وہ معاف کرے گا تے اللہ معاف کرے گا۔ اس کر کے انہاں دے وچ یہ چوتھی شرط بھی ہے گناہ تو معافی دی کہ انسان وہ جہدے تے زیادتی کیتی ہے، جہدا مال کھادا ہے وہ دے کولوں معافی لے یا انہوں دا مال واپس کرے تے پھر اللہ بخشن والا۔ اللہ تعالیٰ اپنی جناب دے وچ جڑیاں وہ کوتاہیاں ہوئیاں نے انسان دیاں وہ ساریاں معاف کر دیندا ہے جدوں بھی بندہ وہ در تے آندا ہے اور وہ کولوں معافی چاہتا ہے۔ فرمایا انہ هو الغفور الرحیم، وہ تے بخشن والا تے رحم کرن والا ہے۔ وانیبوا الی ربکم واسلموا لہ، ہاں جی اگر رب کولوں تساں جڑا ہے بخشش لینی ہے تو پھر اللہ دی طرف مڑو، اللہ دی طرف توجہ بھی کرو، واسلموا لہ، اور وہ دے پھر فرما بردار بن جاؤ۔ یہ نہیں کہ زبانی کہو جو استغفر اللہ اور رو اتھے دے اتھے ہی اللہ دی نافرمانی تے نہیں، اللہ دی طرف رجوع کرو اور وہ دی فرما برداری اختیار کرو۔ من قبل ان یاتیکم العذاب ثم لا تنصرون، اس تو پہلا کہ تہاڈے تے اللہ دی پکڑ آ جائے تے پھر کوئی مددگار نہیں ملے گا۔ جدوں مہلت مک گئی معافی لین دی تے پھر کوئی نہیں ہوئے گا جہاں تہاڈی مدد کر سکے۔ واتبعوا احسن ما انزل الیکم من ربکم، اور آؤ پیروی کرو چنگے طریقے دے نال دی جڑا اللہ نے نازل کیتا تہاڈی طرف، جڑا ہے قرآن مجید کر لیا ہے اللہ تعالیٰ نے، اس کر کے کہ یہ اتباع کرو، یہ پیروی کرو، اللہ تعالیٰ دے احکام تے عمل پیرا ہو جو بڑے ہی چنگے طریقے دے نال۔ من قبل ان یاتکم العذاب بغتۃ، اس تو پہلا کہ اللہ دی پکڑ اچانک آ جائے، وانتم لا تشعرون، اور اس وقت تانوں پتہ ہی نہ چلے، کیونکہ موت جڑی ہے وہ کوئی وارننگ دے کے نہیں آندی، وہ دس کے نہیں آندی اور انسان دی مہلت ختم ہو جاندی ہے۔ ان تقول نفس یا حسرت علی ما فرطت فی جنب اللہ، یہ نہ ہوئے کہ اس دن انسان کہے ہائے میری بدبختی، میں اللہ دے بارے کیوں کوتاہی کیتی، وَإِن كُنتُ لَمِنَ السَّاخِرِينَ، اور میں تے جڑا مذاق وچ ہی بیڑا ٹپاؤندا رہا اور میں کدی بھی سنجیدگی نہ سوچیا ہی نہ۔ اور تقول لو ان اللہ ہدانی لکنت من المتقین، یا اس وے نہ کہنا پے اگر اللہ تعالیٰ مینوں راہ سے پا دیندا تو میں ہو جاندا متقیاں چوں۔ اور تقول حین تری العذاب، یا اس وے کہنا پے جدوں کہ عذاب سامنے آ جائے، لو ان لی کرتن، کاش مینوں ایک دفعہ لٹا دیتا جائے، فاکون من المحسنین، تو میں تے بڑا ہی مخلص ہو جاں گا تے احسان دی روش رہ کے زندگی گزاراں گا۔ بلا قد جات کا آیاتی، اس دن کوئی واویلا نہیں سنیا جائے گا۔ اس دن اللہ تعالیٰ فرما دیں گے بے شک میری آیتاں تیرے کول پہنچ گئیاں سن نا، فکذبت بہا، تے تو انہاں نوں جھٹلا دیتا، انہاں نے من کے ثواب تے لیندا رہو لیکن انہاں تے عمل نہ کیتا، انہاں دے مطابق اپنی زندگی نہ گزاری، واستکبرتا، تے تو وڈا بنیا رہو، اللہ دے اگے جھکن تو بھی تو جڑا ہے وہ اللہ دے اگے فرما برداری کرن تو بھی تو آر محسوس کیتی تے شرم محسوس کیتی، وکنت من الکافرین، اور تو ہو گیا نہ منن والیاں چ۔ یہ ہے جڑا اللہ تعالیٰ دی آیتاں دی تکذیب، یہ ہے کہ اللہ دی آیتاں نو من کے پھر انسان دے مطابق عمل نہ کرے۔
مندا بھی اللہ دی کتاب ہے پھر وہ ہدایت تے عمل نہیں کرتا، تو یہ تقزیب ہے کہ وہ کول اللہ دیاں آیتاں پہنچ بھی گئیاں اور پھر بھی جٹلا دیتا، اور انہاں ورگا ہو گیا جڑے کہ کافر سن، جڑے نہ منن والے سن۔ یہ ہے جس تو انسان نو بچنا چاہیے، ہر بندہ مومن نو کہ وہ کول اللہ دی کتاب موجود ہے، وہ جو بھی احکام نے اللہ نے مسلمانوں ہی دیتے نے تے منن والیاں لئی دیتے نے کہ اس تے عمل پیرا ہون۔ تو انسان نو چاہیے اگر وہ کتاب نو مندا ہے تو پھر اس تے عمل کر کے اللہ دی رضا حاصل کرے، مگر نہ اس دن کوئی عذر بہانہ نہیں ہوئے گا، کیونکہ اللہ تعالیٰ نے بندوبست کر دیتا ہے ہدایت دا، اور ہدایت پہنچا دیتی ہے، اور اللہ دے رسولاں نے اس تے عمل کر کے بھی دکھا دیتا۔ یہ ہے جڑا انسان نو سمجھنا چاہیے اور اپنے آپ نو بچا لینا چاہیے۔ بارک اللہ لی ولکم فی القرآن العظیم ونفعنی وایاکم بالآیات والذکر الحکیم۔